ਗੁੱਡ ਮਾਰਨਿੰਗ 7th ਕਲਾਸ। ਅੱਜ ਆਪਾਂ ਪੰਜਾਬੀ ਪਾਠ ਪੁਸਤਕ ਪੁੰਦਰਿਕ ਵਿੱਚ ਸ਼ਾਮਲ ਪਾਠ ਨੰਬਰ 18 ਪ੍ਰਸਿੱਧ ਵਿਗਿਆਨੀ ਮੇਰੀ ਕਿਊਰੀ ਬਾਰੇ ਪੜ੍ਹਾਂਗੇ। ਇਸ ਪਾਠ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਇਹ ਪ੍ਰਸਿੱਧ ਵਿਗਿਆਨੀ ਮੇਰੀ ਕਿਊਰੀ ਦੀ ਜੀਵਨੀ ਬਾਰੇ ਦੱਸਣਾ, ਜਿਸ ਨੂੰ ਉਸ ਦੀਆਂ ਖੋਜਾਂ ਕਾਰਨ 2 ਵਾਰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਜਿਹੜੀ ਐਕਸਰੇ ਮਸ਼ੀਨ ਹੈ, ਰੇਡੀਓ ਐਕਟਿਵ ਪਦਾਰਥਾਂ 'ਤੇ ਖੋਜ ਕੀਤੀ ਸੀ, ਅਤੇ ਉਹਦੇ ਕਰਕੇ ਜਿਹੜੀਆਂ ਸਾਡੀਆਂ ਅੱਜ ਵੀ ਰੋਗੀਆਂ ਨੂੰ ਉਹਨਾਂ ਦੀ ਸਹਾਇਤਾ ਦਿੱਤੀ ਜਾਂਦੀ ਹੈ। ਡਾਕਟਰੀ ਜਾਂਚ ਵਿੱਚ ਅੱਜ ਵੀ ਐਕਸਰੇ ਵਗੈਰਾ ਮਸ਼ੀਨਾਂ ਐਕਸਰੇ ਕੀਤੇ ਜਾਂਦੇ ਨੇ। ਇਹਨਾਂ ਦੀ ਖੋਜ ਕਿਹਨੇ ਕੀਤੀ ਸੀ? ਮੇਰੀ ਕਿਊਰੀ ਨੇ। ਠੀਕ, ਚਲੋ ਆਪਾਂ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਪੇਜ ਨੰਬਰ 114 ਪ੍ਰਸਿੱਧ ਵਿਗਿਆਨੀ ਮੇਰੀ ਕਿਊਰੀ। ਵਿਗਿਆਨ ਦੇ ਖੇਤਰ ਵਿੱਚ ਬਹੁਤ ਸਾਰੇ ਵਿਗਿਆਨੀਆਂ ਨੇ ਮਾਰਕੇ ਦੀਆਂ ਕਾਢਾਂ ਕੱਢ ਕੇ ਜਿੱਥੇ ਆਪਣਾ ਨਾਮ ਕਮਾਇਆ, ਉੱਥੇ ਦੁਨੀਆ ਨੂੰ ਵੀ ਸੁੱਖ ਪਹੁੰਚਾਇਆ। ਮਾਈਕ ਮੀਨਸ ਮਹੱਤਵਪੂਰਨ ਕਾਢਾਂ। ਵਿਗਿਆਨ ਦੇ ਖੇਤਰ ਵਿੱਚ ਬਹੁਤ ਸਾਰੇ ਵਿਗਿਆਨੀਆਂ ਨੇ ਬਹੁਤ ਸਾਰੀਆਂ ਕਾਢਾਂ ਕੱਢੀਆਂ ਨੇ। ਕਹਿੰਦੇ ਉਹਦੇ ਨਾਲ ਕੀ ਹੋਇਆ ਵਾ, ਜਿੱਥੇ ਉਹਨਾਂ ਦਾ ਨਾਮ ਹੋਇਆ, ਨਾਮ ਰੋਸ਼ਨ ਹੋਇਆ, ਨਾਮ ਕਮਾਇਆ, ਨਾਮ ਰੋਸ਼ਨ ਹੋਇਆ ਸਾਰੀ ਦੁਨੀਆ। ਜੇ ਉਹਨਾਂ ਨੇ ਮਹੱਤਵਪੂਰਨ ਕਾਢ ਕੱਢੀ ਹੈ, ਸਾਰੀ ਦੁਨੀਆ ਵਿੱਚ ਉਹਨਾਂ ਦਾ ਨਾਮ ਰੋਸ਼ਨ ਹੋਇਆ, ਉਹਦੇ ਨਾਲ ਹੀ ਦੁਨੀਆ ਨੂੰ ਵੀ ਸੁੱਖ ਪਹੁੰਚਾਇਆ ਵਾ, ਦੁਨੀਆ ਨੂੰ ਵੀ ਉਸਦਾ ਲਾਭ ਹੋਇਆ। ਸਭ ਤੋਂ ਅਚੰਭੇ ਮੀਨਸ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿੰਨੇ ਵੀ ਮਹਾਨ ਵਿਗਿਆਨੀ ਹੋਏ, ਸਾਰੇ ਸਧਾਰਨ ਪਰਿਵਾਰਾਂ ਵਿੱਚੋਂ ਉੱਠ ਕੇ ਦੁਨੀਆ ਵਿੱਚ ਮਹਾਨ ਅਖਵਾਏ। ਭਾਵ ਕੋਈ ਅਮੀਰ ਨਹੀਂ ਸੀ, ਸਾਰੇ ਸਧਾਰਨ ਪਰਿਵਾਰਾਂ ਨਾਲ ਸੰਬੰਧਿਤ ਜਿੰਨੇ ਵੀ ਵਿਗਿਆਨੀ ਹੋਏ ਨੇ, ਮਹਾਨ ਵਿਗਿਆਨੀ ਨੇ, ਕਹਿੰਦੇ ਸਾਰੇ ਸਧਾਰਨ ਪਰਿਵਾਰਾਂ ਨਾਲ ਹੀ ਸੰਬੰਧਿਤ ਸਨ। ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਵਿਦਵਤਾ ਜਿਹੜੀ ਬੁੱਧੀ ਹੈ, ਕਹਿੰਦੇ ਜਿਹੜੀ ਸਾਡਾ ਸਿਆਣਪ ਹੈ, ਇਹ ਸਿਰਫ ਵੱਡੇ ਲੋਕਾਂ ਵਿੱਚ ਹੀ ਨਹੀਂ ਪਨਪਦੀ ਮੀਨਸ ਵੱਧਦੀ ਫੁੱਲਦੀ, ਬਲਕਿ ਸਧਾਰਨ ਪਰਿਵਾਰਾਂ ਵਿੱਚ ਵੀ ਪਨਪ ਸਕਦੀ ਹੈ। ਭਾਵ ਜਿਹੜੀ ਬੁੱਧੀਮਤਾ ਵਾ ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਅਮੀਰ ਲੋਕਾਂ ਨੂੰ ਆਉਂਦੀ ਹੈ, ਇਹ ਸਧਾਰਨ ਲੋਕਾਂ ਵਿੱਚ ਵੀ ਹੁੰਦੀ ਹੈ। ਸਿਆਣਪ ਸਧਾਰਨ ਲੋਕਾਂ ਵਿੱਚ ਵੀ ਪਾਈ ਜਾਂਦੀ ਹੈ। ਇਹ ਮਹਾਨ ਵਿਗਿਆਨੀਆਂ ਵਿੱਚੋਂ ਮੇਰੀ ਕਿਊਰੀ ਦਾ ਨਾਮ ਅੱਜ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ, ਜਿਸ ਨੇ ਇੱਕ ਸਧਾਰਨ ਜਿਹੇ ਪਰਿਵਾਰ ਵਿੱਚ ਜਨਮ ਲੈ ਕੇ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਜਿਸ ਦਾ ਦੁਨੀਆ ਅੱਜ ਤੱਕ ਲਾਭ ਉਠਾ ਰਹੀ ਹੈ। ਉਸਨੇ ਐਕਸਰੇ ਅਤੇ ਰੇਡੀਓ ਐਕਟਿਵ ਕਿਰਨਾਂ ਦੀ ਖੋਜ ਕੀਤੀ, ਜਿਸ ਨਾਲ ਰੋਗੀਆਂ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਹਾਂਜੀ ਬੱਚਿਓ, ਮੇਰੀ ਕਿਊਰੀ ਨੇ ਕਿਹੜੀ ਖੋਜ ਕੀਤੀ ਸੀ? ਐਕਸਰੇ ਅਤੇ ਰੇਡੀਓ ਐਕਟਿਵ ਕਿਰਨਾਂ ਦੀ। ਠੀਕ ਹੈ, ਜਿਸ ਦਾ ਕਹਿੰਦੇ ਅੱਜ ਵੀ ਰੋਗੀਆਂ ਨੂੰ ਸਫਲ ਇਲਾਜ ਕੀਤਾ ਜਾਂਦਾ ਵਾ। ਅੱਜ ਵੀ ਇਹ ਸਾਡੇ ਲਈ ਬਹੁਤ ਹੀ ਮਹਾਨ ਸਿੱਧ ਹੋਈਆਂ ਨੇ ਇਹ ਦੋਨੋਂ ਕਾਢਾਂ। ਮੇਰੀ ਕਿਊਰੀ ਦਾ ਜਨਮ 7 ਨਵੰਬਰ 1867 ਈਸਵੀ ਨੂੰ ਪੋਲੈਂਡ ਵਿਖੇ ਹੋਇਆ। ਕਦੋਂ ਹੋਇਆ? 7 ਨਵੰਬਰ 1867 1867। ਕਿੱਥੇ ਹੋਇਆ? ਪੋਲੈਂਡ ਉਸ ਸਮੇਂ ਗੁਲਾਮ ਦੇਸ਼ ਸੀ। ਮੇਰੀ ਦੇ ਪਿਤਾ ਸੈਕਲੋਡੇਫਸੀ ਇੱਕ ਸਕੂਲ ਦੇ ਅਧਿਆਪਕ ਸਨ, ਅਤੇ ਮਾਤਾ ਘਰ ਵਿੱਚ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਘਰ ਦਾ ਗੁਜ਼ਾਰਾ ਤੋਰ ਰਹੇ ਸਨ। ਮੇਰੀ ਦੇ ਹੋਰ 5 ਭੈਣ ਭਰਾ ਸਨ। ਜਦੋਂ ਮੇਰੀ ਥੋੜ੍ਹਾ ਵੱਡੀ ਹੋਈ ਤਾਂ ਉਸਨੇ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਹ ਪੜ੍ਹਨ ਵਿੱਚ ਇੰਨੀ ਹੁਸ਼ਿਆਰ ਨਿਕਲੀ ਕਿ ਉਹ ਜਮਾਤ ਵਿੱਚ ਫਸਟ ਆਉਣ ਲੱਗੀ। ਸਕੂਲ ਦੀ ਪੜ੍ਹਾਈ ਪੂਰੀ ਕਰਨ 'ਤੇ ਉਸਨੂੰ ਗੋਲਡ ਮੈਡਲ ਮਿਲਿਆ। ਇਹਦੇ ਵਿੱਚ ਸਾਨੂੰ ਦੱਸਿਆ ਗਿਆ ਵਾ ਕਿ ਮੇਰੀ ਕਿਊਰੀ ਜਿਹੜੀ ਸੀ ਉਹ 7 ਨਵੰਬਰ 1867 ਈਸਵੀ ਨੂੰ ਪੋਲੈਂਡ ਵਿੱਚ ਉਹਦਾ ਜਨਮ ਹੋਇਆ ਸੀ, ਅਤੇ ਉਸਦੇ ਪਿਤਾ ਵੀ ਇੱਕ ਅਧਿਆਪਕ ਸਨ, ਅਤੇ ਉਸਦੀ ਮਾਤਾ ਵੀ ਟਿਊਸ਼ਨਾਂ ਪੜ੍ਹਾਉਂਦੇ ਸਨ। ਉਹ ਇੱਕ ਸਧਾਰਨ ਪਰਿਵਾਰ ਵਿੱਚੋਂ ਸੀ, ਅਤੇ ਉਹਦੇ 5 ਭੈਣ ਭਰਾ ਸਨ। ਉਹਦੇ 5 ਭੈਣ ਭਰਾ ਹੋਰ ਸਨ। ਠੀਕ ਹੈ, ਅਤੇ ਉਹ ਜਦੋਂ ਕਹਿੰਦੇ ਉਹਨੂੰ ਸਕੂਲ ਸ਼ੁਰੂ ਤੋਂ ਹੀ ਸਕੂਲ ਵਿੱਚ ਬਹੁਤ ਇੰਟੈਲੀਜੈਂਟ ਸੀਗੀ, ਅਤੇ ਉਹਨੂੰ ਜਦੋਂ ਉਹਨੇ ਸਕੂਲ ਦੀ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਹਨੂੰ ਗੋਲਡ ਮੈਡਲ ਤੱਕ ਮਿਲਿਆ ਸੀ। ਹੁਣ ਮੇਰੀ ਉਚੇਰੀ ਪੜ੍ਹਾਈ ਕਰਨਾ ਚਾਹੁੰਦੀ ਸੀ। ਘਰ ਦੀ ਆਰਥਿਕ ਤੰਗੀ ਕਾਰਨ ਉਹ ਉਚੇਰੀ ਪੜ੍ਹਾਈ ਨਹੀਂ ਸੀ ਕਰ ਸਕਦੀ। ਆਰਥਿਕ ਤੰਗੀ ਭਾਵ ਰੁਪਏ ਪੈਸੇ ਦੀ ਕਮੀ। ਫਿਰ ਵੀ ਉਸਨੇ ਹੌਸਲਾ ਨਹੀਂ ਛੱਡਿਆ। ਉਹ ਆਪਣੀ ਭੈਣ ਨਾਲ ਮਿਲ ਕੇ ਟਿਊਸ਼ਨਾਂ ਪੜ੍ਹਾਉਣ ਲੱਗੀ। ਜਦੋਂ ਦਾਖਲੇ ਜੋਗੇ ਪੈਸੇ ਹੋ ਗਏ
ਤਾਂ ਪਿਤਾ ਨੇ ਉਸ ਨੂੰ ਤੇ ਉਸ ਦੀ ਵੱਡੀ ਭੈਣ ਨੂੰ ਫਰਾਂਸ ਦੇ ਸਰਬੋਨ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਰਹਿ ਕੇ ਦੋਵੇਂ ਭੈਣਾਂ ਵਿਗਿਆਨ ਦੀ ਪੜ੍ਹਾਈ ਕਰਨ ਲੱਗੀਆਂ। ਵਿਗਿਆਨ ਮੀਨਸ ਸਾਇੰਸ, ਠੀਕ ਹੈ। ਕਿ ਉਹ ਇੰਨੇ ਵੀ ਕਹਿੰਦੇ ਸਧਾਰਨ ਪਰਿਵਾਰ ਸੀ ਵੀ ਉਹਨਾਂ ਨੂੰ ਜਦੋਂ ਸਕੂਲ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਤੋਂ ਅੱਗੇ ਉਹਨਾਂ ਕੋਲ ਪੈਸੇ ਨਹੀਂ ਸੀਗੇ ਅੱਗੇ ਹੋਰ ਪੜ੍ਹਾਈ ਕਰਨ ਲਈ। ਇਸ ਕਰਕੇ ਉਹ ਆਪਣੀ ਪੜ੍ਹਾਈ ਕਰਨ ਲਈ ਆਪ ਹੀ ਉਹਦਾ ਜੁਗਾੜ ਕੀਤਾ। ਉਹਨੇ ਕੀ ਕੀਤਾ ਸੀ ਕਿ ਉਹ ਆਪਣੀ ਭੈਣ ਨਾਲ ਮਿਲ ਕੇ ਟਿਊਸ਼ਨਾਂ ਪੜ੍ਹਾਉਣ ਲੱਗੀ। ਜਦੋਂ ਉਹਦੇ ਕੋਲ ਪੈਸੇ ਇਕੱਠੇ ਹੋ ਗਏ ਤਾਂ ਉਹਨਾਂ ਨੂੰ ਸਾਰਬੋਨ ਯੂਨੀਵਰਸਿਟੀ ਵਿੱਚ ਦਾਖਲ ਕਰਵਾ ਦਿੱਤਾ ਗਿਆ। ਮੇਰੀ ਨੂੰ ਕਿਸੇ ਵੀ ਕਿਸਮ ਦਾ ਵਾਧੂ ਸ਼ੌਂਕ ਨਹੀਂ ਸੀ, ਉਹਨੂੰ ਤਾਂ ਸਿਰਫ ਪੜ੍ਹਨ ਦਾ ਹੀ ਸ਼ੌਂਕ ਸੀ। ਉਹ ਸਾਦੇ ਜਿਹੇ ਕੱਪੜੇ ਪਾ ਕੇ ਯੂਨੀਵਰਸਿਟੀ ਜਾਂਦੀ। ਉਸਨੇ ਯੂਨੀਵਰਸਿਟੀ ਦੇ ਨੇੜੇ ਕਿਰਾਏ 'ਤੇ ਇੱਕ ਛੋਟਾ ਜਿਹਾ ਘਰ ਲੈ ਲਿਆ ਸੀ ਜੋ ਉਸ ਦੇ ਲਈ ਕਾਫੀ ਸੀ। ਪੜ੍ਹਨ ਲਈ ਉਹ ਲਾਇਬ੍ਰੇਰੀ ਚਲੀ ਜਾਂਦੀ। ਜਦੋਂ ਰਾਤ ਨੂੰ ਲਾਇਬ੍ਰੇਰੀ ਬੰਦ ਹੋ ਜਾਂਦੀ ਤਾਂ ਉਹ ਘਰ ਆ ਕੇ ਰਾਤ ਨੂੰ ਗਲੀ ਦੀ ਰੋਸ਼ਨੀ ਵਿੱਚ 2-2 3-3 ਵਜੇ ਤੱਕ ਪੜ੍ਹਦੀ ਰਹਿੰਦੀ। ਇਸ ਤਰ੍ਹਾਂ ਉਹ ਬਿਜਲੀ ਦਾ ਵੀ ਖਰਚਾ ਬਚਾ ਲੈਂਦੀ। ਜਦੋਂ ਉਹ ਨਤੀਜਾ ਆਇਆ ਤਾਂ ਉਹ ਪੂਰੀ ਯੂਨੀਵਰਸਿਟੀ ਵਿੱਚ ਅੱਵਲ ਆਈ ਮੀਨਸ ਪਹਿਲੇ ਨੰਬਰ 'ਤੇ ਆਈ। ਪਰੰਤੂ ਉਸਦਾ ਦਿਲ ਹੋਰ ਪੜ੍ਹਨ ਦਾ ਨੂੰ ਕਰਦਾ ਸੀ। ਉੱਧਰ ਉਸ ਨੂੰ ਪੜ੍ਹਾਈ ਵਿੱਚ ਵੀ ਅੱਵਲ ਰਹਿਣ 'ਤੇ ਵਜ਼ੀਫਾ ਲਗਾ ਦਿੱਤਾ ਗਿਆ। ਵਜ਼ੀਫਾ ਭਾਵ ਸਕੋਲਰਸ਼ਿਪ ਮਿਲ ਗਈ। ਹੁਣ ਉਹ ਪੈਰਿਸ ਜਾ ਕੇ ਅਗਲੀ ਪੜ੍ਹਾਈ ਕਰਨ ਲੱਗੀ। ਅਧਿਆਪਕ ਉਸਦੀ ਵਿਦਵਤਾ ਤੋਂ ਕਾਫੀ ਵਾਕਫ ਸਨ। ਵਿਦਵਤਾ ਭਾਵ ਉਹਦੀ ਬੁੱਧੀ ਤੋਂ, ਉਹਦੀ ਸਿਆਣਪ ਤੋਂ, ਠੀਕ ਹੈ, ਵਾਕਫ ਸਨ, ਜਾਣੂ ਸਨ। ਸਾਰੇ ਹੀ ਅਧਿਆਪਕ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਇੱਕ ਦਿਨ ਮੇਰੀ ਦੇ ਇੱਕ ਅਧਿਆਪਕ ਜੋਜ਼ਫ ਨੇ ਉਸ ਦੀ ਮੁਲਾਕਾਤ ਭੌਤਿਕ ਵਿਗਿਆਨ ਦੇ ਅਧਿਆਪਕ ਪਿਅਰੀ ਕਿਊਰੀ ਨਾਲ ਕਰਵਾਈ। ਜਲਦੀ ਇਹ ਮੁਲਾਕਾਤ ਦੋਹਾਂ ਦੇ ਵਿਆਹ ਵਿੱਚ ਬਦਲ ਗਈ। ਕਿਉਂਕਿ ਦੋਵੇਂ ਇੱਕੋ ਹੀ ਰੁਚੀ ਦੇ ਮਾਲਕ ਸਨ, ਇਸ ਲਈ ਦੋਵੇਂ ਰਲ ਕੇ ਖੋਜਾਂ ਕਰਨ ਵਿੱਚ ਜੁਟੇ ਰਹਿੰਦੇ। ਉਹ ਰੋਜ਼ ਨਵੇਂ ਤੋਂ ਨਵੇਂ ਮਸਲੇ ਛੋਂਦੇ। ਨਵੇਂ ਤੋਂ ਨਵੇਂ ਮਸਲੇ ਛੋਂਦੇ ਮੀਨਸ ਨਵੇਂ ਤੋਂ ਨਵੇਂ ਕੋਈ ਸਮੱਸਿਆ ਹੁੰਦੀ ਇਸ ਤਰ੍ਹਾਂ ਨੂੰ ਦੇਖਦੇ ਅਤੇ ਉਹਨਾਂ ਦਾ ਹੱਲ ਕੱਢਦੇ। ਭਾਵੇਂ ਮੇਰੀ ਨੂੰ ਆਪਣੀ ਖੋਜ ਕਰਦਿਆਂ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਲੋਕਾਂ ਦੀ ਟਿਚਕਰਾਂ ਮੀਨਸ ਹੱਸੀ ਮਜ਼ਾਕ ਕਰਨਾ, ਤਾਨੇ ਦੇਣਾ ਸਹਿਣੀਆਂ ਪਈਆਂ। ਫਿਰ ਵੀ ਰਤਾ ਨਾ ਡੋਲੀ ਅਤੇ ਆਪਣੇ ਕੰਮ ਵਿੱਚ ਰੁੱਝੀ ਰਹੀ। ਰਤਾ ਨਾ ਡੋਲੀ ਮੀਨਸ ਉਸਨੇ ਹੌਸਲਾ ਨਹੀਂ ਛੱਡਿਆ। ਭਾਵੇਂ ਕਈ ਲੋਕਾਂ ਨੇ ਉਹਨੂੰ ਅੱਗੇ ਵਧਣ ਤੋਂ ਰੋਕਿਆ ਪਰ ਫਿਰ ਵੀ ਉਹਨੇ ਹੌਸਲਾ ਨਹੀਂ ਛੱਡਿਆ ਅਤੇ ਉਹ ਆਪਣੇ ਕੰਮ ਵਿੱਚ ਰੁੱਝੀ ਰਹੀ। ਦੋਵੇਂ ਪਤੀ ਪਤਨੀ ਸਾਇੰਸ ਦੀਆਂ ਖੋਜਾਂ ਵਿੱਚ ਦਿਨ ਰਾਤ ਲੱਗੇ ਰਹਿੰਦੇ। ਕਈ ਵਾਰ ਤਾਂ ਉਹ ਕਈ ਰਾਤ ਤਾਂ ਪ੍ਰਯੋਗਸ਼ਾਲਾ ਵਿੱਚ ਹੀ ਗੁਜ਼ਾਰਦੇ। ਉਹਨਾਂ ਦਿਨਾਂ ਵਿੱਚ ਐਕਸਰੇ ਦੀ ਖੋਜ ਹਾਲੇ ਹੋਈ ਹੀ ਸੀ ਕਿ ਵਿਗਿਆਨੀ ਇੱਕ ਕਿਸਮ ਦੀ ਹੋਰ ਕਿਰਨਾਂ ਦੀ ਖੋਜ ਕਰ ਰਹੇ ਸਨ। ਮੇਰੀ ਅਤੇ ਉਸਦੇ ਪਤੀ ਕਿਊਰੀ ਵੀ ਇਸ ਖੋਜ ਦੀ ਛਾਣਬੀਨ ਵਿੱਚ ਜੁਟੇ ਰਹਿੰਦੇ। ਛਾਣਬੀਨ ਮੀਨਸ ਉਹਨੂੰ ਹੋਰ ਜ਼ਿਆਦਾ ਦੇਖਣਾ। ਆਖਿਰ ਇੱਕ ਦਿਨ ਉਹ ਕਾਮਯਾਬ ਹੋ ਹੀ ਗਏ। ਆਪਣੀਆਂ ਖੋਜਾਂ ਦੌਰਾਨ ਮੇਰੀ ਨੇ ਇੱਕ ਨਵਾਂ ਤੱਤ ਲੱਭਿਆ ਜਿਸ ਦਾ ਨਾਂ ਰੱਖਿਆ ਪੋਲੇਨੀਅਮ। ਹਾਲੇ ਉਹਨਾਂ ਦੀ ਖੋਜ ਪੂਰੀ ਨਹੀਂ ਸੀ ਹੋਈ। ਦੋਵੇਂ ਪਤੀ ਪਤਨੀ ਤਜਰਬੇ ਕਰਦੇ ਰਹੇ। ਆਖਿਰ ਉਹਨਾਂ ਨੇ ਇਸ ਖੋਜ ਦੇ ਆਧਾਰ 'ਤੇ ਇੱਕ ਹੋਰ ਰੇਡੀਓ ਐਕਟਿਵ ਤੱਤ ਦੀ ਖੋਜ ਕਰ ਲਈ। ਉਸ ਦਾ ਨਾਂ ਰੱਖਿਆ ਰੇਡੀਅਮ। ਪਹਿਲਾ ਜਿਹੜਾ ਇਹਨਾਂ ਨੇ ਕਿਹੜੀ ਖੋਜ ਕੀਤੀ ਸੀਗੀ, ਪਹਿਲਾ ਨਾਮ ਕੀ ਰੱਖਿਆ ਸੀ ਉਹਨਾਂ ਨੇ, ਪੋਲੇਨੀਅਮ। ਉਸ ਤੋਂ ਬਾਅਦ ਉਹਨਾਂ ਨੇ ਹੋਰ ਰੇਡੀਓ ਐਕਟਿਵ ਤੱਤ ਦੀ ਖੋਜ ਕੀਤੀ, ਉਸ ਦਾ ਨਾਮ ਰੱਖਿਆ ਇਹਨਾਂ ਨੇ। ਬਸ ਫਿਰ ਕੀ ਸੀ, ਇਸ ਦੀ ਖੋਜ ਹੁੰਦਿਆਂ ਹੀ ਉਹਨਾਂ ਦੀ ਪ੍ਰਸਿੱਧੀ ਸਭ ਪਾਸੇ ਫੈਲ ਗਈ। ਮੇਰੀ ਦੀ ਇਹ ਖੁਸ਼ੀ ਉਸ ਵੇਲੇ ਅਧੂਰੀ ਰਹਿ ਗਈ ਜਦੋਂ ਉਨੀ ਦਿਨੀ ਉਸਦੇ ਪਿਤਾ ਦੀ ਮੌਤ ਹੋ ਗਈ। ਭਾਵ ਜਦੋਂ ਉਹਨਾਂ ਨੇ ਰੇਡੀਅਮ ਦੀ ਖੋਜ ਕੀਤੀ ਉਹਨਾਂ ਦਿਨਾਂ ਵਿੱਚ ਜਦੋਂ ਸਾਰਿਆਂ ਵਿੱਚ ਆਪਣਾ ਦੇਖੋ ਆਪਾਂ ਪ੍ਰਸਿੱਧੀ ਪ੍ਰਾਪਤ ਹੋਏਗੀ, ਆਪਾਂ ਨੂੰ ਖੁਸ਼ੀ ਹੋਏਗੀ, ਪਰ ਉਹਨਾਂ ਕੀ ਸੀ ਕਿ ਉਹਨਾਂ ਦਿਨਾਂ ਵਿੱਚ ਉਹਦੇ ਪਿਤਾ ਦੀ ਮੌਤ ਹੋ ਗਈ। ਮੇਰੀ ਅਤੇ ਉਸਦੇ ਪਤੀ ਨੂੰ ਉਸਦੀਆਂ ਖੋਜਾਂ ਦੇ ਬਦਲੇ ਦੁਨੀਆ ਦੇ ਸਭ ਤੋਂ ਵੱਡੇ ਪੁਰਸਕਾਰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਾਲੇ ਪਿਤਾ ਦੀ ਮੌਤ ਉਹ ਮੇਰੀ ਭੁੱਲੀ ਵੀ ਨਹੀਂ ਸੀ ਕਿ ਉਸਦੇ ਪਤੀ ਦੀ ਸੜਕ ਦੇ ਹਾਦਸੇ ਵਿੱਚ ਮੌਤ ਹੋ ਗਈ। ਫਿਰ ਵੀ ਉਸਨੇ ਹਿੰਮਤ ਨਾ ਹਾਰੀ। 1911 ਵਿੱਚ ਉਸਨੇ ਦੂਜੀ ਵਾਰ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਉਸਦੇ ਆਪਣੇ ਦੇਸ਼ ਨੂੰ ਰੇਡੀਅਮ ਖੋਜ ਕੇਂਦਰ ਦੀ ਸਥਾਪਨਾ ਕਰਨ ਲਈ ਮੇਰੀ ਨੂੰ ਉਸਦੀ ਨੀਂਹ ਰੱਖਣ ਲਈ ਸੱਦਿਆ। ਮੇਰੀ ਵਾਸਤੇ ਇਸ ਤੋਂ ਵੱਧ ਹੋਰ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਸੀ ਜੋ ਆਪਣੇ ਦੇਸ਼ ਦੇ ਕੰਮ ਆ ਰਹੀ ਸੀ।
ਉਹ ਖੁਸ਼ੀ ਆਪਣੇ ਮੁਲਕ ਮੀਨਸ ਆਪਣੇ ਦੇਸ਼ ਪ੍ਰਤੀ ਹੀ ਸੀ ਕਿ ਪਹਿਲਾ ਮਹਾਯੁੱਧ ਸ਼ੁਰੂ ਹੋ ਗਿਆ। ਮੇਰੀ ਰੇਡੀਓ ਐਕਟਿਵ ਕਿਰਨਾਂ ਦੀ ਮਦਦ ਨਾਲ ਰੋਗੀਆਂ ਦੀ ਸੇਵਾ ਕਰਨ ਲੱਗੀ। ਭਾਵ ਪਹਿਲਾ ਮਹਾਯੁੱਧ ਸ਼ੁਰੂ ਹੋ ਗਿਆ ਸੀ ਅਤੇ ਉਹ ਜਿਹੜੇ ਰੇਡੀਓ ਐਕਟਿਵ ਕਿਰਨਾਂ ਦੀ ਉਹਨੇ ਖੋਜ ਕੀਤੀ ਸੀ, ਉਹਦੇ ਨਾਲ ਕੀ ਸੀ, ਜਿਹੜੇ ਪੇਸ਼ੈਂਟ ਆਉਂਦੇ ਸੀ, ਰੋਗੀ ਆਉਂਦੇ ਸੀ, ਉਹਨਾਂ ਦੀ ਉਹ ਸੇਵਾ ਕਰਨ ਲੱਗੀ। ਲਗਾਤਾਰ ਰੇਡੀਓ ਐਕਟਿਵ ਪਦਾਰਥਾਂ ਵਿੱਚ ਕੰਮ ਕਰਨ ਕਰਕੇ ਉਸ ਦੀ ਸਿਹਤ ਵਿਗੜਨ ਲੱਗੀ ਅਤੇ ਅੰਤ 4 ਜੁਲਾਈ 1934 ਨੂੰ ਉਹ ਇਸ ਸੰਸਾਰ ਤੋਂ ਕੂਚ ਕਰ ਗਈ। ਭਾਵ ਉਸ ਦੀ ਮੌਤ ਹੋ ਗਈ, ਡੈਥ ਹੋ ਗਈ। ਉਸ ਦੀ ਮੌਤ ਤੋਂ ਅਗਲੇ ਹੀ ਸਾਲ ਉਸ ਦੇ ਧੀ ਅਤੇ ਜਵਾਈ ਨੂੰ ਸਾਇੰਸ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਕਰਕੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਇੰਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਮੇਰੀ ਪਹਿਲੀ ਇਸਤਰੀ ਵਿਗਿਆਨੀ ਸੀ। ਠੀਕ ਹੈ ਬੇਟਾ, ਲਾਈਨ ਸਮਝੇ। ਸਾਇੰਸ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਜਿਹੜੀ ਮੇਰੀ ਕਿਊਰੀ ਸੀ, ਉਹ ਪਹਿਲੀ ਇਸਤਰੀ ਵਿਗਿਆਨੀ ਸੀ। ਸਭ ਤੋਂ ਵੱਡੀ ਗੱਲ ਇਹ ਕਿ ਇਹ ਨੋਬਲ ਪੁਰਸਕਾਰ ਇੱਕ ਵਾਰੀ ਨਹੀਂ 2 ਵਾਰ ਪ੍ਰਾਪਤ ਹੋਇਆ। ਉਸਦੇ ਧੀ ਅਤੇ ਜਵਾਈ ਨੇ ਤੇ ਅਗਲੇ ਹੀ ਸਾਲ ਨੋਬਲ ਪੁਰਸਕਾਰ ਪ੍ਰਾਪਤ ਕਰਕੇ ਉਸ ਦਾ ਨਾਂ ਸਦਾ ਲਈ ਅਮਰ ਕਰ ਦਿੱਤਾ। ਠੀਕ ਹੈ ਬੱਚਿਓ, ਚੈਪਟਰ ਨੂੰ ਇਸਨੂੰ ਚੰਗੀ ਤਰ੍ਹਾਂ ਪੜ੍ਹੋ ਤੁਸੀਂ ਅਤੇ ਇਹਨੂੰ ਸਮਝੋ। ਇਸ ਤੋਂ ਬਾਅਦ ਜਿਹੜੀਆਂ ਬਹੁ ਵਿਕਲਪੀ ਪ੍ਰਸ਼ਨ ਨੇ ਇਹ ਤੁਸੀਂ ਆਪਣਾ ਆਪ ਕਰੋਗੇ ਅਤੇ ਆਪ ਤੁਹਾਨੂੰ ਪ੍ਰਸ਼ਨ ਉੱਤਰ ਭੇਜੇ ਗਏ ਨੇ ਅਤੇ ਫਿਲਿੰਗ ਦਾ ਬਲੈਂਕਸ, ਆਹ ਵਾਲੇ ਬਹੁ ਵਿਕਲਪੀ ਪ੍ਰਸ਼ਨ ਅਤੇ ਇਹ ਵਾਲਾ ਸਾਰਾ ਕੰਮ ਤੁਸੀਂ ਆਪਣੀ ਬੁੱਕ 'ਤੇ ਆਪਣੀ ਪੈਨਸਿਲ ਨਾਲ ਹੀ ਕਰੋਗੇ। ਜੇ ਤੁਹਾਨੂੰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੀ ਜਮਾਤ ਦੀ ID ਵਿੱਚ ਭੇਜ ਸਕਦੇ ਹੋ। ਧੰਨਵਾਦ।